ਦੇਖੋ, ਸਭ ਤੋਂ ਪਹਿਲਾਂ ਗੌਰਵ ਜੀ ਗੱਲ ਸਮਝਣ ਵਾਲੀ ਹੈ ਕਿ ਇਹਨਾਂ ਦਾ ਪ੍ਰੋਪੋਗੰਡਾ ਬਿਲਕੁਲ ਗੁੰਮਰਾਹ ਕੌਣ ਹੈਗਾ। ਉਸ ਦੇ ਹੂੰ ਵਿੱਚ ਕੋਈ ਵੀ ਜਿਹੜਾ ਤੱਥ ਜਿਹੜਾ ਇਹ ਸਪਸ਼ਟ ਨਹੀਂ ਕਰ ਸਕੇ। ਤੁਸੀਂ ਦੇਖੋ 1920 ਦੇ ਵਿੱਚ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਉਂਦਾ ਹੈ, ਔਰ ਸ਼੍ਰੋਮਣੀ ਅਕਾਲੀ ਦਲ ਦੇ ਉਸ ਵੇਲੇ ਦੇ ਪ੍ਰਧਾਨ ਜਿਹੜੇ ਸਨ, ਉਹਨਾਂ ਨੇ ਸੰਘਰਸ਼ ਕੀਤਾ। ਬਾਬਾ ਖੜਕ ਸਿੰਘ ਵਰਗਿਆਂ ਨੇ, ਸੰਤ ਚੰਨਨ ਸਿੰਘ ਵਰਗਿਆਂ ਨੇ, ਔਰ ਜਥੇਦਾਰ ਮੋਹਨ ਸਿੰਘ ਤੋੜ ਤੱਕ ਲਗਾਤਾਰ ਸੰਘਰਸ਼ ਚੱਲਦਾ ਰਿਹਾ। ਮੈਂ ਜੀ ਪਿਛਲੀ ਗੱਲ ਕਰਦਾ। ਔਰ ਜਦੋਂ ਬਾਬਾ ਖੜਕ ਸਿੰਘ ਜੀ ਨੂੰ ਚਾਬੀਆਂ ਜਿਹੜੀਆਂ ਸੌਂਪੀਆਂ ਸੀ ਗੁਰਦੁਆਰਾਂ ਦੀਆਂ, ਉਹ ਅੰਗਰੇਜ਼ ਸਰਕਾਰ ਨੇ ਸੌਂਪੀਆਂ ਸੀ। ਔਰ ਉਹ ਜਿਹੜੀਆਂ ਸ਼ਖਸੀਅਤਾਂ ਨੇ, ਉਹਨਾਂ ਨੇ ਅੱਗੇ ਜਾ ਕੇ 1925 ਦਾ ਐਕਟ ਜਿਹੜਾ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ। ਜੇ ਸਾਡੇ ਮਨ ਵਿੱਚ ਇਹੋ ਜਿਹਾ ਕੋਈ ਲਾਲਚ ਹੁੰਦਾ ਤੇ ਇਹ ਸੰਸਥਾ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜਾ ਧਰਮ ਤੇ ਰਾਜਨੀਤੀ ਕਰਦਾ ਹੀ ਆ ਰਿਹਾ ਸੀ, ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ। ਗੁਰਦੁਆਰੇ ਸਾਹਿਬਾਨਾਂ ਦੇ ਪ੍ਰਬੰਧ ਨੂੰ ਸੁਚਾਰੂ ਚਲਾਇਆ ਜਾਵੇ। ਧਰਮ ਦੇ ਵਿੱਚ ਜਿੱਥੇ ਜਿੱਥੇ ਰਾਜਨੀਤਿਕ ਦਖਲਅੰਦਾਜ਼ੀ ਹੁੰਦੀ ਹੈ, ਉਹਦੇ ਉੱਤੇ ਗਹਿਰੀ ਅੱਖ ਰੱਖੀ ਜਾਵੇ। ਹੁਣ ਅਗਲੀ ਗੱਲ ਏ, ਆਮ ਆਦਮੀ ਪਾਰਟੀ ਦੱਸੇ ਕਿ ਜਿਹੜੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨੇ ਸਰਦਾਰ ਇੰਦਰਬੀਰ ਸਿੰਘ ਨਿੱਜਰ, ਜਿਹੜੇ ਕੈਬਨਿਟ ਮੰਤਰੀ ਪੰਜਾਬ ਨੇ, ਉਹ ਜਿਹੜਾ ਪ੍ਰਚਾਰ ਕਰ ਰਹੇ ਉਹ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ। ਉਹ ਜਿਹੜਾ ਚੀਫ ਖਾਲਸਾ ਦੀਵਾਨ ਹੈ, ਉਹ ਵੀ ਇੱਕ ਪ੍ਰਬੰਧਕ ਸੰਸਥਾਵਾਂ ਨੂੰ, ਵਿਦਿਅਕ ਸੰਸਥਾਵਾਂ ਨੂੰ ਚਲਾਉਣ ਵਾਲੀ ਸੰਸਥਾ ਹੈ। ਔਰ ਉਹਨਾਂ ਦੇ ਪ੍ਰਧਾਨ ਜਿਹੜੇ ਆ, ਉਹਨਾਂ ਦੀ ਇਹਨਾਂ ਨੇ ਕਰਤਾਰਪੁਰ ਹਲਕੇ ਦੇ ਵਿੱਚ ਡਿਊਟੀ ਲਗਾਈ ਹੋਈ ਹੈ। ਉਸ ਦਾ ਇੱਕ ਜਵਾਬ ਦੇ ਦੇਣ। ਉਸ ਤੋਂ ਅਗਲੀ ਗੱਲ ਆ ਗਈ ਬੇਅਦਬੀਆਂ ਦੀ। ਬੇਅਦਬੀਆਂ ਦੇ ਉੱਤੇ ਇਹਨਾਂ ਨੇ ਜਿੰਨਾ ਪ੍ਰਚਾਰ ਗੁੰਮਰਾਹ ਕਰਨਾ ਸੀ, ਉਹ ਇਹਨਾਂ ਨੇ ਕਰ ਲਿਆ। ਲੋਕ ਇਹਨਾਂ ਦੇ ਬਹਿਕਾਵੇ ਵਿੱਚ ਆ ਗਏ। ਉਹਨਾਂ ਨੇ ਇਹਨਾਂ ਦੀ ਸਰਕਾਰ ਵੀ ਬਣਾਤੀ। ਪਰ ਹੁਣ ਇਹਨਾਂ ਦੇ ਕਿਹਨਾਂ ਨੇ ਹੱਥ ਬੰਨੇ ਹੋਏ ਨੇ? ਬੇਅਦਬੀ ਦੇ ਦੋਸ਼ੀ ਜਿਹੜੇ ਨੇ, ਚਾਹੇ ਉਹ ਬੰਬ ਬਲਾਸਟ ਵਾਲੇ ਹੋਣ, ਚਾਹੇ ਉਸ ਤੋਂ ਬਾਅਦ ਜਿਨ੍ਹਾਂ ਡੇਰਾ ਪ੍ਰੇਮੀਆਂ ਨੇ ਬਾਈਬਲ ਕਲਾਂ ਦੇ ਵਿੱਚ ਬੇਅਦਬੀ ਕੀਤੀ, ਬਰਗਾੜੀ ਦੇ ਵਿੱਚ ਕੀਤੀ, ਉਹਨਾਂ ਨੂੰ ਅੱਜ ਤੱਕ ਇਹਨਾਂ ਨੇ ਗ੍ਰਿਫਤਾਰ ਨਹੀਂ ਕੀਤਾ। ਭਾਈ ਅਮਰਤਪਾਲ ਸਿੰਘ ਦੇ ਤਾਂ ਇਹਨਾਂ ਨੇ ਵਾਰੰਟ ਕੱਢ ਦਿੱਤੇ, ਉਹਨਾਂ ਨੂੰ ਅਸਾਮ ਦੀ ਜੇਲ੍ਹ ਤੱਕ ਵੀ ਪਹੁੰਚਾ ਦਿੱਤਾ, ਡਿਬਰੂਗੜ੍ਹ। ਪਰ ਜਿਹੜੇ ਦੋਸ਼ੀ ਨੇ, ਉਹਨਾਂ ਦੇ ਘਰਾਂ ਦੇ ਵਿੱਚ ਜਾਂ ਉਹਨਾਂ ਦੇ ਘਰ ਵਾਲਿਆਂ ਨੂੰ ਕਦੀ ਇਹਨਾਂ ਨੇ ਪਰੇਸ਼ਾਨ ਕੀਤਾ? ਕਦੀ ਉਹਨਾਂ ਦੇ ਉੱਤੇ ਵੀ ਇਸ ਤਰੀਕੇ ਦੀ ਇਹਨਾਂ ਨੇ ਕੋਈ ਕਾਰਵਾਈ ਕੀਤੀ ਹੈ? ਜਿਹੜੇ 2015 ਤੋਂ ਲੈ ਕੇ ਅੱਜ 2023 ਆ ਗਿਆ ਹੈ, ਉਹ ਜਿਹੜੇ ਬੇਅਦਬੀ ਦੇ ਦੋਸ਼ੀ ਨੇ, ਉਹਨਾਂ ਦੇ ਕਿਸ ਥਾਣੇ ਦੇ ਵਿੱਚ ਇਹਨਾਂ ਨੇ ਲਾਏ ਨੇ? ਕਿਤੇ ਪੀਰ ਮੁਹੰਮਦ ਜੀ, ਤੁਸੀਂ ਇੱਕ ਸਵਾਲ ਦਾ ਜਵਾਬ ਦਿਵੋ। ਉਹ ਸਾਰੇ ਸਿੱਖਾਂ ਨੂੰ ਤਾਂ ਰਿਪਰੈਜ਼ੈਂਟ ਕਰਦੇ ਨੇ ਨਾ, ਉਹ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਪੋਲੀਟੀਕਲ ਤੌਰ ਦੇ ਉੱਤੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੈ ਇਹ ਸਿੱਖ ਜਿਹੜੇ ਨੌਜਵਾਨ ਨੇ ਜਾਂ ਜਿਹੜੇ ਸਿੱਖ ਵੋਟਰਸ ਨੇ ਉਹਨਾਂ ਪ੍ਰਬੰਧਕ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਿਹੜੇ ਨੇ, ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿੰਨੇ ਵੀ ਹੁਣ ਤੱਕ ਸਾਡੇ ਪ੍ਰਧਾਨ ਹੋਏ ਨੇ, ਉਹ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੀ ਅਹੁਦੇਦਾਰ ਰਹੇ। ਦੂਸਰੀ ਗੱਲ, ਮੁੱਖ ਮੰਤਰੀ ਸਾਹਿਬ ਪਤਾ ਨਹੀਂ ਕਿਉਂ ਭੁੱਲ ਗਏ, ਜਾਂ ਉਹਨਾਂ ਨੂੰ ਉਹ ਦਿਖਾਇਆ ਨਹੀਂ ਗਿਆ ਫੈਸਲਾ। ਸੁਪਰੀਮ ਕੋਰਟ ਦੇ ਵਿੱਚ ਇੱਕ ਸ਼ਖਸ ਨੇ, ਜਿਹੜਾ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਇੱਕ ਕੇਸ ਚੱਲਿਆ ਪਿਛਲੇ 2 ਦਿਨ ਪਹਿਲਾਂ, ਤੁਹਾਨੂੰ ਵੀ ਗੌਰਵ ਜੀ ਯਾਦ ਹੋਵੇਗਾ, ਜਿੰਦੇ ਵਿੱਚ ਉਹਨਾਂ ਨੇ 2 ਸੰਵਿਧਾਨਾਂ ਦੀ ਗੱਲ ਕੀਤੀ ਸੀ ਕਿ ਇਹ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਜੀ ਤੱਕੜੀ ਚੋਣ ਨਿਸ਼ਾਨ ਖੋਲਿਆ ਜਾਵੇ, ਇਹਨਾਂ ਦੇ ਕੋਲੋਂ ਇਹ ਜਿਹੜੀ ਰਾਜਨੀਤਿਕ ਪਾਰਟੀ ਵਜੋਂ ਇਹਨੂੰ ਆਪਣੇ ਕੈਂਸਲ ਕੀਤਾ ਜਾਵੇ, ਇਹਨੂੰ ਰਿਜੈਕਟ ਕੀਤਾ ਜਾਵੇ। ਲੇਕਿਨ ਸੁਪਰੀਮ ਕੋਰਟ ਨੇ ਇਹ ਗੱਲ ਕਹਿ ਦਿੱਤੀ ਕਿ ਤਾਂ ਹਾਈ ਕੋਰਟ ਦੇ ਵਿੱਚ ਹੀ ਇਹਨੂੰ ਕੁਐਸ਼ ਕਰ ਦੇਣਾ ਚਾਹੀਦਾ ਸੀ ਉਸ ਕੇਸ ਨੂੰ, ਕਿਉਂਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ, ਉਹ ਧਰਮ ਵੀ ਦੀ ਤੇ ਰਾਜਨੀਤੀ ਜਿਹੜੀ ਉਹਨਾਂ ਦਾ ਇੱਕ ਸੁਮੇਲ ਹੈ, ਮੀਰੀ ਪੀਰੀ ਦਾ, ਉਹਦੇ ਉੱਤੇ ਉਹ ਚੱਲਦੀ ਆ ਰਹੀ ਹੈ। ਸੋ ਜੇ ਇਹਨਾਂ ਨੂੰ ਲੱਗਦਾ ਕਿ ਅਸੀਂ ਧਰਮ ਨਿਰਪੱਖ ਰਹਿਣਾ, ਤੇ ਕਾਮਰੇਡਾਂ ਦੇ ਕੋਲੋਂ ਇਹ ਇਹੋ ਜਿਹੀਆਂ ਪਟੀਸ਼ਨਾਂ ਸਾਡੇ ਖਿਲਾਫ ਪਵਾ ਕੇ ਸੁਪਰੀਮ ਕੋਰਟ ਤੱਕ ਗਏ ਨੇ, ਅਸੀਂ ਉਹ ਕੇਸ ਲੜਿਆ, ਤੇ ਸਾਨੂੰ ਤਾਂ ਮਾਣਯੋਗ ਸੁਪਰੀਮ ਕੋਰਟ ਇੰਡੀਆ ਨੇ ਵੀ ਇਸ ਗੱਲ ਦੀ ਇਜਾਜ਼ਤ ਦੇ ਦਿੱਤੀ ਕਿ ਧਰਮ ਤੇ ਰਾਜਨੀਤੀ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ। ਕੁੱਲ ਮਿਲਾ ਕੇ ਤੁਹਾਨੂੰ ਲੱਗਦਾ ਕਿ ਧਾਮੀ ਜੀ ਦਾ ਪ੍ਰਚਾਰ ਕਰਨਾ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ, ਉਸ ਦੇ ਉੱਪਰ ਇਤਰਾਜ਼ ਨਹੀਂ ਹੋਣਾ ਚਾਹੀਦਾ? ਬਿਲਕੁਲ ਕੋਈ ਪ੍ਰੋਬਲਮ ਨਹੀਂ। ਠੀਕ ਹੈ, ਚਲੋ ਥੋੜਾ ਜਿਹਾ ਵੇਟ ਕਰਿਓ, ਆਪਾਂ ਸਾਰਿਆਂ ਨੂੰ ਐਡ ਕਰ ਲਈ। ਇੱਕ ਵਾਰ ਮੈਂ ਤੁਹਾਡੇ ਕੋਲ ਦੁਬਾਰਾ ਆਉਂਗਾ ਵਾਪਸ। ਉੱਥੇ ਰਾਜਨੀਤਿਕ ਪ੍ਰਚਾਰ ਵੀ ਕਰਨਾ ਉਹਨਾਂ ਲਈ ਉਨਾ ਹੀ ਠੀਕ ਹੈ। ਮੈਂ ਤੁਹਾਡੇ ਕੋਲ ਵਾਪਸ ਆਉਣਾ। ਮੈਂ ਸੰਧੂ ਸਾਹਿਬ ਦਾ ਰੁਖ ਕਰਦਾ, ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਉਸ ਤੋਂ ਬਾਅਦ ਮੈਂ ਕੰਗ ਜੀ ਤੁਹਾਡੇ ਕੋਲ ਜਵਾਬ ਦੇ ਲਈ ਆਉਂਗਾ। ਸਾਡੇ ਨਾਲ ਕਾਂਗਰਸ ਤੋਂ ਸੰਧੂ ਸਾਹਿਬ ਨੇ, ਤੁਹਾਡਾ ਕੀ ਤਰਕ ਹੈ ਇਸ ਦੇ ਉੱਤੇ? ਤੁਹਾਨੂੰ ਲੱਗਦਾ ਕਿ ਜੇ ਐਸਜੀਪੀਸੀ ਦੇ ਪ੍ਰਧਾਨ ਪ੍ਰਚਾਰ ਕਰ ਰਹੇ ਨੇ, ਕਾਂਗਰਸ ਨੂੰ ਕੋਈ ਇਤਰਾਜ਼ ਹੈ ਕਿ ਨਹੀਂ ਹੈ? ਦੇਖੋ ਗੌਰਵ ਜੀ, ਜਿਹੜਾ ਐਸਜੀਪੀਸੀ ਇੱਕ ਨਿਰੋਲ ਧਾਰਮਿਕ ਸੰਸਥਾ, ਇਹ 'ਚ ਕੋਈ ਸ਼ੱਕ ਨਹੀਂ, ਜਿਹਦਾ ਕੰਮ ਗੁਰਦੁਆਰੇ ਦੀ ਦੇਖ ਰੇਖ ਕਰਨਾ, ਪ੍ਰਬੰਧਾਂ ਦਾ ਧਿਆਨ ਕਰਨਾ, ਤੇ ਜਿਹੜੇ ਇੰਸਟੀਚਿਊਟ ਨੇ ਐਸਜੀਪੀਸੀ ਦੇ ਅੰਡਰ ਦੇ, ਉਹਨਾਂ ਦੀ ਸਾਂਭ ਸੰਭਾਲੀਆਂ ਦੇਖ ਰੇਖ ਕਰਨਾ ਹੈ। ਮੈਨੂੰ ਬਿਲਕੁਲ ਨਹੀਂ ਲੱਗਦਾ ਬਈ ਐਸਜੀਪੀਸੀ ਦੇ ਪ੍ਰਧਾਨ ਨੂੰ ਇਲੈਕਸ਼ਨਾਂ ਦੇ ਵਿੱਚ ਜਾ ਕੇ ਤੇ ਪ੍ਰਚਾਰ ਕਰਨਾ ਚਾਹੀਦਾ। ਬਿਲਕੁਲ ਕਾਂਗਰਸ ਵੀ ਇਹਦੇ ਖਿਲਾਫ ਹੈ ਵੀ ਇਹ ਨਹੀਂ ਕਰਨਾ ਚਾਹੀਦਾ। ਕਿਉਂ? ਕਿਉਂਕਿ ਮੈਂ ਦੱਸਦਾ ਨਾ, ਐਸਜੀਪੀਸੀ ਇੱਕ ਨਿਰੋਲ ਧਾਰਮਿਕ ਸੰਸਥਾ ਹੈ। ਤੁਹਾਡਾ ਕੰਮ ਕੀ ਹੈ? ਤੁਸੀਂ ਆਪਣੇ ਕੰਮ ਕਰੋ। ਤੁਸੀਂ ਆਪਣੇ ਕੰਮ ਨੂੰ ਸਹੀ ਤਰੀਕੇ ਨਾਲ ਤੇ ਕਰ ਨਹੀਂ ਰਹੇ। ਨਸ਼ੇ, ਪਤਿਤ ਪੁਣੇ, ਜਿਹੜੀ ਧਰਮ ਪਰਿਵਰਤਨ ਹੈ, ਉਹ ਤੇ ਤੁਸੀਂ ਕੀ ਹਾਲ ਤੁਹਾਡਾ? ਤੁਸੀਂ ਬਾਰਡਰ ਏਰੀਆ ਜਾ ਕੇ ਵੇਖੋ, ਉਹ ਤੁਸੀਂ ਆਪਣਾ ਉਹਦੇ ਤੇ ਫੋਕਸ ਕਰੋ। ਇਲੈਕਸ਼ਨ ਲੜਨ ਨੂੰ ਤੁਹਾਡੇ ਹੋਰ ਨੇ। ਗੌਰਵ ਜੀ, ਕੱਲ ਤੇ ਫਿਰ ਇਸ ਤਰ੍ਹਾਂ ਕਹਿਣਗੇ ਜੀ ਸਾਡੇ ਐਸਜੀਪੀਸੀ ਦੇ ਮੈਂਬਰਸ ਵੀ ਆ ਜਾਣਗੇ, ਐਸਜੀਪੀਸੀ ਦੀਆਂ ਗੱਡੀਆਂ ਵੀ ਆ ਜਾਣਗੀਆਂ, ਕੱਲ ਨੂੰ ਕਹਿਣਗੇ ਉੱਥੇ ਲੰਗਰ ਵੀ ਆ ਜਾਊਗਾ।
ਨਹੀਂ ਦੇਖੋ ਗੌਰਵ ਦੀ ਜਿਹੜੀ ਗਲਤ ਗੱਲ ਹੈ ਉਹ ਗਲਤ ਗੱਲ ਹੈ। ਐਸਜੀਪੀਸੀ ਦੇ ਪ੍ਰਧਾਨ ਦਾ ਇਲੈਕਸ਼ਨਾਂ ਦੇ ਵਿੱਚ ਪ੍ਰਚਾਰ ਕਰਨਾ ਕਾਂਗਰਸ ਬਿਲਕੁਲ ਇਹਦੀ ਗਲਤ ਮੰਨਦੀ ਹੈ। ਇਹ ਪ੍ਰਚਾਰ ਨਹੀਂ ਕਰਨਾ ਚਾਹੀਦਾ, ਹਾਲਾਂਕਿ ਇਹ ਪਹਿਲਾਂ ਹੀ ਹੁੰਦਾ ਆ, ਪਰ ਇਹ ਬਿਲਕੁਲ ਗਲਤ ਗੱਲ ਆ। ਤੁਸੀਂ ਵੇਖਿਆ ਹੈ ਕਿ ਐਸਜੀਪੀਸੀ ਦੇ ਇਲੈਕਸ਼ਨਾਂ ਦੇ ਵਿੱਚ ਵੀ ਅਕਾਲੀ ਵਰਕਰ ਜਾ ਕੇ, ਇਹਨਾਂ ਦੇ ਪ੍ਰਧਾਨ ਜਾ ਕੇ, ਜਾਂ ਇਹਨਾਂ ਦੇ ਜਿਹੜੇ ਐਮਐਲਏ ਨੇ ਜਾ ਕੇ ਪ੍ਰਚਾਰ ਕਰਦੇ ਆ। ਉਹ ਕਰਨ, ਉਹ 100 ਵਾਰੀ ਕਰਨ, ਉਹ ਕੋਈ ਇਤਰਾਜ਼ ਨਹੀਂਗਾ। ਪਰ ਇੱਕ ਐਸਜੀਪੀਸੀ ਦਾ ਜਦੋਂ ਪ੍ਰਧਾਨ ਚੁਣਿਆ ਗਿਆ, ਮੈਂ ਮੰਨ ਲਿਆ ਅਕਾਲੀ ਦਲ ਤੋਂ ਸੀ, ਪਰ ਜਦੋਂ ਇੱਕ ਪ੍ਰਧਾਨ ਚੁਣ ਲਿਆ, ਹੁਣ ਉਹ ਇੱਕ ਮੁਖੀ ਆ। ਜਦੋਂ ਇੱਕ ਮੁਖੀ ਆ, ਜਿਸ ਤਰ੍ਹਾਂ ਆਪਾਂ ਮੁੱਖ ਮੰਤਰੀ ਸਾਹਿਬ ਚੁਣ ਲਏ, ਭਗਵੰਤ ਮਾਨ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਚੁਣ ਲਏ, ਹੁਣ ਉਹਨਾਂ ਦਾ ਕੰਮ ਸਿਰਫ ਆਮ ਆਦਮੀ ਦਾ ਜਾਂ ਆਮ ਆਦਮੀ ਦੇ ਪਾਰਟੀ ਦੇ ਵਰਕਰਾਂ ਦਾ ਧਿਆਨ ਰੱਖਣਾ। ਪ੍ਰਚਾਰ ਤਾਂ ਉਹ ਵੀ ਕਰਦੇ ਨੇ ਨਾ ਸਰ, ਕੋਈ ਪ੍ਰਚਾਰ ਤਾਂ ਉਹ ਵੀ ਕਰਦੇ ਨੇ। ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਪ੍ਰਚਾਰ ਤਾਂ ਉਹ ਵੀ ਕਰ ਰਹੇ ਸੀ। ਚੰਨੀ ਮੁੱਖ ਮੰਤਰੀ ਸੀ, ਪ੍ਰਚਾਰ ਤਾਂ ਆਪਣੀ ਪਾਰਟੀ ਲਈ ਉਹ ਵੀ ਕਰ ਰਹੇ ਸੀ। ਗੌਰਵ ਜੀ ਸਿਆਸੀ ਪਾਰਟੀਆਂ ਨੇ, ਸਿਆਸੀ ਪਾਰਟੀ ਦਾ ਮੁਖੀ ਕਿਤੇ ਵੀ ਪ੍ਰਚਾਰ ਕਰ ਸਕਦਾ। ਇਹ ਤੁਹਾਡਾ ਪੁਆਇੰਟ ਹੈ। ਸਿਆਸੀ ਪਾਰਟੀ ਨਹੀਂ, ਉਹ ਸਿਆਸੀ ਪਾਰਟੀ ਨਹੀਂ ਗਈ। ਮੈਂ ਪਹਿਲਾਂ ਬੇਨਤੀ ਕੀਤੀ ਆ ਵੀ ਐਸਜੀਪੀਸੀ ਇੱਕ ਸਿਆਸੀ ਪਾਰਟੀ ਨਹੀਂ ਗਈ, ਜਾਂ ਫਿਰ ਕਹਿੰਦੇ ਐਸਜੀਪੀਸੀ ਇੱਕ ਸਿਆਸੀ ਪਾਰਟੀ ਆ। ਉਹ ਇੱਕ ਨਿਰੋਲ ਧਾਰਮਿਕ ਸੰਸਥਾ ਹੈ, ਜਿਹਦਾ ਮੈਂ ਵੀ ਸਿਰ ਝੁਕਾ ਕੇ ਸਨਮਾਨ ਕਰਦਾ। ਅਕਾਲ ਤਖਤ ਦਾ ਧਾਮੀ ਸਾਹਿਬ ਦਾ ਮੈਂ ਵੀ ਸਿਰ ਝੁਕਾ ਕੇ ਸਨਮਾਨ ਕਰਦਾ। ਪਰ ਜਦੋਂ ਉਹ ਪ੍ਰਚਾਰ ਕਰਨ ਆ ਜਾਂਦੇ ਨੇ, ਫਿਰ ਉਹਦਾ ਗੱਲ ਗਲਤ ਹੋ ਜਾਂਦੀ। ਠੀਕ ਹੈ ਪੀਰ ਮੁਹੰਮਦ ਜੀ, ਛੋਟਾ ਜਿਹਾ ਰਿਐਕਸ਼ਨ। ਨਿਰੋਲ ਧਾਰਮਿਕ ਸੰਸਥਾਏ ਬਾਵਜੂਦ ਇਸ ਦੇ ਪ੍ਰਚਾਰ ਕਰ ਰਹੇ ਹਨ। ਦੇਖੋ ਇਹ ਜਿਹੜੀ ਹੈ ਨਾ, ਇਸ ਮਸਲੇ ਦੇ ਉੱਤੇ ਸਾਰੇ ਇਕੱਠੇ ਹੋਣਗੇ। ਬੀਜੇਪੀ ਵੀ ਇਹਨਾਂ ਦੇ ਨਾਲ ਖੜੇਗੀ, ਕਾਂਗਰਸ ਵੀ ਖੜੇਗੀ ਔਰ ਆਮ ਆਦਮੀ ਪਾਰਟੀ, ਕਿਉਂਕਿ ਇੱਕ ਦੂਸਰੇ ਦਾ ਇਹਨਾਂ ਗੱਲਾਂ ਦੇ ਵਿੱਚ ਬੜਾ ਕਲੀਅਰ ਨੇ। ਇਹ ਇਹੋ ਜਿਹੀਆਂ ਗੱਲਾਂ ਦੇ ਵਿੱਚ ਇੱਕ ਦੂਸਰੇ ਦਾ ਸਾਥ ਦਿੰਦੇ ਆ। ਪਰ ਤੁਸੀਂ ਦੇਖੋ ਦੂਸਰੀ ਗੱਲ ਤੇ ਨਹੀਂ ਬੋਲੇ ਸੰਧੂ ਸਾਹਿਬ ਕਿ ਚੀਫ ਖਾਲਸਾ ਦੀਵਾਨ ਜਿਹੜੀ ਐਡੀ ਵੱਡੀ ਸੰਸਥਾ ਹੈ, ਉਸ ਦਾ ਜਿਹੜਾ ਮੁਖੀ ਹੈ ਸਰਦਾਰ ਇੰਦਰਬੀਰ ਸਿੰਘ ਨਿੱਜਰ, ਉਹਨੂੰ ਪ੍ਰਚਾਰ ਕਰਨ ਦਾ ਅਧਿਕਾਰ ਹੈਗਾ। ਉਹਨਾਂ ਨੂੰ ਕਿਹਨੇ ਅਧਿਕਾਰ ਦਿੱਤਾ ਜੀ? ਜੇ ਠੀਕ ਆਪਾਂ ਜਵਾਬ ਲੈ ਲੈਂਦੇ ਹਾਂ। ਮੈਂ ਸੋਢੀ ਸਾਹਿਬ ਦਾ ਰੁਕ ਕਰਨਾ, ਆਪਾਂ ਜਵਾਬ ਲੈ ਲੈਂਦੇ। ਸੰਧੂ ਸਾਹਿਬ ਉਸ ਦੇ ਉੱਪਰ ਨਹੀਂ ਬੋਲੇ ਤੁਸੀਂ, ਹਾਲਾਂਕਿ ਕੰਗ ਜੀ ਵੀ ਜਵਾਬ ਦੇਣਗੇ ਲਾਜ਼ਮੀ ਤੌਰ ਤੇ ਇਸ ਦੇ ਉੱਪਰ। ਸੰਧੂ ਜੀ ਤੁਹਾਨੂੰ ਲੱਗਦਾ ਕਿ ਉਸ ਬਾਰੇ ਵੀ ਵਿਚਾਰ ਕਰਨਾ ਚਾਹੀਦਾ? ਫਿਰ ਗੌਰਵ ਜੀ ਉਲਟ ਹੋ ਗਿਆ ਨਾ। ਦੇਖੋ ਉਹ ਉਲਟ ਨੇ, ਉਹ ਪਹਿਲਾਂ ਧਾਰਮਿਕ ਸੰਸਥਾ ਦੇ ਮੁਖੀ ਸੀ, ਬਾਅਦ ਚ ਉਹਨਾਂ ਨੇ ਇਲੈਕਸ਼ਨ ਲੜ ਕੇ ਸਰਕਾਰ ਦੇ ਵਿੱਚ ਆਏ ਨੇ। ਉਹ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਉਹ ਪੰਜਾਬ ਦੇ ਮੰਤਰੀ ਨੇ, ਉਹ ਕਰ ਸਕਦੇ ਆ। ਦੇਖੋ ਉਹ ਜਾਇਜ਼ ਆ, ਉਹ ਕਰ ਸਕਦੇ ਆ। ਉਹ ਸ਼੍ਰੋਮਣੀ ਕਮੇਟੀ ਦੇ ਅੰਡਰ ਨਹੀਂ ਹੋ ਰਹੀ, ਉਹ ਵੱਖਰੀ ਸੰਸਥਾ ਹੈ। ਉਸ ਸੰਸਥਾ ਦੇ ਮੁਖੀ ਨੇ ਪਲੱਸ ਜਾਂ ਤੇ ਧਾਮੀ ਸਾਹਿਬ ਹੀ ਇਲੈਕਸ਼ਨ ਲੜ ਕੇ ਐਮਐਲਏ ਬਣੇ ਹੁੰਦੇ ਜਾਂ ਮੰਤਰੀ ਬਣੇ ਹੁੰਦੇ, 100 ਵਾਰੀ ਕਰਦੇ, ਸਾਨੂੰ ਕੋਈ ਇਤਰਾਜ਼ ਨਹੀਂ। ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਟਿਕਟ ਦਿੱਤੀ ਹੈ ਧਾਮੀ ਸਾਹਿਬ ਨੂੰ। ਸੰਧੂ ਸਾਹਿਬ ਕਿਉਂ ਭੁੱਲਦੇ ਹੋ? ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣੇ ਨੇ। ਇਸ ਕਰਕੇ ਅਸੀਂ ਤਾਂ ਕਲੀਅਰ ਕਰਦੇ ਹਾਂ ਕਿ ਤੇ ਗੋਲਮੋਲ ਥੋੜਾ ਗੱਲ ਇੱਕ ਕਰਕੇ ਸਾਰੇ ਇੱਕ ਕਰਕੇ ਲੋਕਾਂ ਤੱਕ ਗੱਲ ਪਹੁੰਚ ਸਕੇ। ਬੀਬੀ ਜਗੀਰ ਕੌਰ, ਮੇਰੀ ਗੱਲ ਸੁਣੋ, ਬੀਬੀ ਜਗੀਰ ਕੌਰ ਔਰ ਇਸੇ ਤਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌੜਾ ਮੈਂਬਰ ਰਾਜ ਸਭਾ ਵੀ ਰਹੇ ਨੇ। ਨਹੀਂ ਠੀਕ ਹੈ ਤੁਹਾਡਾ ਪੁਆਇੰਟ ਪੀਰ ਮੁਹੰਮਦ ਜੀ। ਦੇਖੋ ਦੂਜਾ ਪੁਆਇੰਟ ਇਹ ਵੀ ਹੈ, 2022 ਚ ਬੀਬੀ ਜਗੀਰ ਕੌਰ ਨੂੰ ਟਿਕਟ ਦੇਣੀ ਸੀ, ਪਹਿਲਾਂ ਐਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ, ਸਵੇਰੇ ਅਸਤੀਫਾ ਆਇਆ, 2 ਘੰਟੇ ਬਾਅਦ ਟਿਕਟ ਅਨਾਉਂਸ ਹੋ ਗਈ ਉਹਨਾਂ ਦੀ। ਜੀ ਦਿਸ ਇਜ਼ ਪੁਆਇੰਟ, ਮੈਂ ਵੀ ਇਹੀ ਕਹਿਣ ਲੱਗਾ ਸੀ ਵੀ ਬੀਬੀ ਜਗੀਰ ਕੌਰ ਨੇ ਪਹਿਲਾਂ ਅਸਤੀਫਾ ਦਿੱਤਾ ਸੀ, ਬਾਅਦ ਦੇ ਵਿੱਚ ਇਲੈਕਸ਼ਨ ਲੜੀ ਸੀ। ਤੁਸੀਂ ਮੇਰਾ ਪੁਆਇੰਟ ਆਪ ਬੋਲ ਗਏ। ਇਹ ਪੁਆਇੰਟ ਦੇਖੋ, ਜੇ ਉਹਨਾਂ ਨੇ ਇਲੈਕਸ਼ਨ ਕੰਪੇਨਿੰਗ ਕਰਨੀ ਹੈ 100 ਵਾਰੀ ਕਰਨ, ਅਸਤੀਫਾ ਦੇਣ ਆਉਣ, ਅਸੀਂ ਜੀ ਵੈਲਕਮ ਕਰਾਂਗੇ। ਠੀਕ ਹੈ, ਸਾਨੂੰ ਕੋਈ ਇਤਰਾਜ਼। ਚਲੋ ਆਪਾਂ ਬੀਜੇਪੀ ਨੂੰ ਵੀ ਐਡ ਕਰੀਏ। ਸੋਢੀ ਸਾਹਿਬ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਦਿਆਲ ਸਿੰਘ ਸੋਢੀ ਜੀ, ਬੀਜੇਪੀ ਇਸ ਦੇ ਉੱਤੇ ਕੀ ਸਟੈਂਡ ਰੱਖਦੀ ਹੈ ਕਿ ਵਾਕਈ ਧਾਰਮਿਕ ਆਗੂ ਨੂੰ ਐਸਜੀਪੀਸੀ ਦੇ ਪ੍ਰਧਾਨ ਨੂੰ ਪ੍ਰਚਾਰ ਨਹੀਂ ਕਰਨਾ ਚਾਹੀਦਾ? ਦੇਖੋ ਕੌਰ ਜੀ, ਜਿਹੜੀ ਸਾਡੀ ਡਿਬੇਟ ਚੱਲ ਰਹੀ ਹੈ ਜੀ, ਇਸ ਡਿਬੇਟ ਦੇ ਵਿੱਚ ਜਿੰਨੇ ਵੀ ਪਹਿਲਾਂ ਬੁਲਾਰਿਆਂ ਨੇ ਬੋਲਿਆ, ਮੈਂ ਉਹਦੇ ਵਿੱਚ ਇੱਕ ਗੱਲ ਐਡ ਕਰਨੀ ਚਾਹੁੰਦਾ। ਜੀ ਜੀ ਬਿਲਕੁਲ, ਕਿ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਇੱਕ ਸਿੱਖ ਕੌਮ ਦੀ ਬੜੀ ਉੱਚੀ ਸੰਸਥਾ ਹੈ, ਔਰ ਜਿਹੜੇ ਇਸ ਸੰਸਥਾ ਦੇ ਪ੍ਰਧਾਨ ਨੇ ਉਹਨਾਂ ਦਾ ਬਹੁਤ ਵੱਡਾ ਰੁਤਬਾ ਹੈ। ਜਿੱਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ, ਜਿਵੇਂ ਸ਼੍ਰੋਮਣੀ ਅਕਾਲੀ ਦਲ ਤੋਂ ਕਰ ਰਹੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਦੇ ਕੇ ਉਹਨਾਂ ਨੂੰ ਜਿਹੜਾ ਜਿਤਾਇਆ ਗਿਆ ਜੀ, ਲੇਕਿਨ ਮੈਂ ਇੱਥੇ ਇੱਕ ਗੱਲ ਕਹੂੰਗਾ ਕਿ ਇਹ ਗੱਲ ਦੋ ਪੱਖਾਂ ਤੋਂ ਜੱਜਣੀ ਚਾਹੀਦੀ ਹੈ ਕਿ ਜੇ ਇੱਕ ਜਿਹੜੀ ਸਿੱਖ ਕੌਮ ਦੀ ਜਿਹੜੀ ਸੰਸਥਾ ਹੈ ਔਰ ਉਹਦੇ ਨਾਲ ਹੀ ਅਸੀਂ ਗੱਲ ਕਰੀਏ ਕਿ ਜਦੋਂ ਉਹਦੀ ਚੋਣ ਹੁੰਦੀ ਹੈ ਤੇ ਚੋਣ ਬਣਨ ਤੋਂ ਬਾਅਦ ਜਿਹੜਾ ਉਹ ਪ੍ਰਧਾਨ ਹੈ ਉਹ ਸਾਰੀ ਸਿੱਖ ਕੌਮ ਦਾ ਪ੍ਰਧਾਨ ਬਣ ਜਾਂਦਾ ਹੈ, ਔਰ ਜਦੋਂ ਕਿਤੇ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ਦੇਸ਼ ਦੇ, ਤਾਂ ਸਾਰੀਆਂ ਪਾਰਟੀਆਂ ਆਪੋ ਆਪਣਾ ਜਿਹੜਾ ਹੈਗਾ ਉਮੀਦਵਾਰ ਖੜਾ ਕਰਦੀਆਂ, ਚਾਹੇ ਉਹ ਕਾਂਗਰਸ ਹੈ, ਚਾਹੇ ਬੀਜੇਪੀ ਹੈ, ਚਾਹੇ ਉਹ ਕੋਈ ਅਲਾਇੰਸ ਹੋਵੇ, ਰਲ ਕੇ ਕਰਦੀਆਂ ਨੇ। ਠੀਕ ਹੈ, ਲੇਕਿਨ ਜਦੋਂ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਉਹ ਰਾਸ਼ਟਰਪਤੀ ਜੀ ਸਾਰਿਆਂ ਦਾ ਹੀ ਸਾਂਝਾ ਰਾਸ਼ਟਰਪਤੀ ਬਣ ਜਾਂਦੇ ਨੇ, ਉਹ ਕਿਸੇ ਪਾਰਟੀ ਦੇ ਲਈ ਪ੍ਰਚਾਰ ਨਹੀਂ ਕਰਦੇ। ਲੇਕਿਨ ਇਸੇ ਤਰ੍ਹਾਂ ਹੀ ਮੈਂ ਸਮਝਦਾ ਕਿ ਜਿਹੜਾ ਸਿੱਖ ਕੌਮ ਦੀ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਦੋਂ ਉਹਦੇ ਪ੍ਰਧਾਨ ਬਣ ਗਏ ਉਹ ਸਾਰੇ ਸਾਂਝੇ ਬਣ ਗਏ,
ਉਹ ਕਿਸੇ ਇੱਕ ਪਾਰਟੀ ਦੇ ਲਈ ਪ੍ਰਚਾਰ ਕਰਨਾ ਮੈਂ ਸਮਝਦਾ ਉਹਨਾਂ ਦਾ ਇਹ ਰੁਤਬਾ ਨਹੀਂ ਹੈ, ਉਹ ਸਾਰਿਆਂ ਦੇ ਸਾਂਝੇ ਨੇ। ਔਰ ਜਿੱਥੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਹੈ, ਮੈਂ ਸਮਝਦਾ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਹੈ ਗੁਰੂ ਘਰਾਂ ਦੀ ਸਾਂਭ ਸੰਭਾਲ ਔਰ ਸਿੱਖੀ ਧਰਮ ਦਾ ਪ੍ਰਚਾਰ ਔਰ ਸਿਹਤ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਾਉਣਾ ਬਣਦਾ, ਉਹ ਕਿਤੇ ਨਾ ਕਿਤੇ ਜ਼ਰੂਰ ਪਿੱਛੇ ਹੈ। ਤੁਸੀਂ ਵੇਖੋ ਅੱਜ ਸਾਡੇ ਪੰਜਾਬ ਦੇ ਵਿੱਚ ਕਿੰਨਾ ਧਰਮ ਪਰਿਵਰਤਨ ਹੋ ਰਿਹਾ ਹੈ। ਮੈਂ ਸਮਝਦਾ ਕਿ ਜੇ ਸ਼੍ਰੋਮਣੀ ਕਮੇਟੀ ਪ੍ਰਚਾਰ ਕਰਨ ਦੇ ਵਿੱਚ ਸਫਲ ਹੁੰਦੀ ਤੇ ਸ਼ਾਇਦ ਇੰਨਾ ਧਰਮ ਪਰਿਵਰਤਨ ਨਾ ਹੁੰਦਾ। ਸੋ ਮੇਰਾ ਮੰਨਣਾ ਇਹ ਹੈ ਕਿ ਇੱਕ ਸਿੱਖ ਕੌਮ ਦੇ ਰੁਤਬੇ ਵਾਲੇ ਜਿਹੜਾ ਵਿਅਕਤੀ ਹੈ, ਜੋ ਪ੍ਰਧਾਨ ਹੈ, ਉਹਨੂੰ ਕਿਸੇ ਵੀ ਸਿਆਸੀ ਪਾਰਟੀ ਦੇ ਲਈ ਵੋਟਾਂ ਮੰਗਣੀਆਂ ਨਹੀਂ ਚਾਹੀਦੀਆਂ, ਕਿਉਂਕਿ ਉਹ ਸਾਰਿਆਂ ਦਾ ਸਾਂਝਾ ਇੱਕ ਪ੍ਰਧਾਨ ਹੈ। ਠੀਕ ਹੈ ਕੰਗ ਜੀ, ਤੁਹਾਡਾ ਵੀ ਪੁਆਇੰਟ ਦੇਖੋ ਇਸ ਸਮੇਂ ਆਇਆ। ਦਿਆਲ ਸਿੰਘ ਸੋਢੀ ਜੀ ਵੀ ਕਹਿ ਰਹੇ ਨੇ। ਕੰਗ ਜੀ, ਪਰ ਮੈਂ ਦੋ ਚੀਜ਼ਾਂ ਦੇ ਉੱਤੇ ਫੋਕਸ ਕਰਦਾ। ਪੁਆਇੰਟ ਨੰਬਰ ਇੱਕ ਤਾਂ ਉਹ ਕਹਿ ਰਹੇ ਨੇ ਕਿ ਅਕਾਲੀ ਦਲ ਦੀ ਟਿਕਟ, ਤੇ ਦੂਜਾ ਉਹ ਕਹਿ ਰਹੇ ਨੇ ਕਿ ਬੇਅਦਬੀ ਦਾ ਗੋਲੀकांड ਦਾ ਤੁਸੀਂ ਜ਼ਿਕਰ ਕਰਦੇ ਹੋ, ਉਹਦੇ ਵਿੱਚੋਂ ਨਿਕਲਿਆ ਕੁਝ ਨਹੀਂ, ਉਹ ਤਾਂ 2015 ਤੋਂ ਲੈ ਕੇ 2023 ਆ ਗਿਆ। ਤੁਹਾਡੀ ਸਰਕਾਰ ਨੂੰ ਵੀ 12-13 ਮਹੀਨੇ ਆਲਰੇਡੀ ਹੋ ਚੁੱਕੇ ਨੇ। ਦੋਸ਼ੀਆਂ ਦੇ ਖਿਲਾਫ ਕਿਹੜੀ ਕਾਰਵਾਈ ਕੀਤੀ ਜੀ ਇਹਨਾਂ ਨੇ? ਜਿਹੜੇ ਦੋਸ਼ੀ ਨੇ ਅੱਜ ਵੀ ਮੈਂ ਉਹੀ ਜਵਾਬ, ਪੀਰ ਮੁਹੰਮਦ ਜੀ ਉਹੀ ਜਵਾਬ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਉਸੇ ਗੱਲ ਦੇ ਉੱਤੇ ਆਵਾਂਗਾ। ਤੁਹਾਡੇ ਕੋਲ ਵੀ ਮੈਂ ਮੁੜਦਾ ਇੱਕ ਵਾਰੀ ਕੰਗ ਸਾਹਿਬ ਦਾ ਰਿਐਕਸ਼ਨ ਲੈਣਾ। ਕੰਗ ਜੀ। ਗੌਰਵ ਜੀ, ਪਹਿਲੀ ਗੱਲ ਤੇ ਇਹ ਕੰਸੈਪਟ ਸਮਝਣਾ ਪੈਣਾ ਹੈ ਕਿ ਜੇ ਐਸਜੀਪੀਸੀ ਕੋ ਪੋਲੀਟੀਕਲ ਕੰਮ ਲੈਣਾ ਹੁੰਦਾ ਤੇ ਫਿਰ ਤੇ ਸ਼੍ਰੋਮਣੀ ਅਕਾਲੀ ਦਲ ਹੈਗਾ ਹੀ ਸੀ, ਫਿਰ ਐਸਜੀਪੀਸੀ ਦੀ ਕੀ ਲੋੜ ਸੀ? ਔਰ ਐਸਜੀਪੀਸੀ ਦਾ ਕੰਸੈਪਟ ਕੀ ਆ? ਕੰਸੈਪਟ ਇਹ ਆ ਵੀ ਗੁਰੂ ਘਰਾਂ ਦਾ ਸਾਂਭ ਸੰਭਾਲ ਤੋਂ ਇਲਾਵਾ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਔਰ ਸਿੱਖ ਮਰਿਆਦਾਵਾਂ ਨੂੰ ਕਿਸ ਤਰ੍ਹਾਂ ਅੱਗੇ ਲਾਗੂ ਕਰਾਉਣਾ ਹੈ। ਇਹ ਬਹੁਤ ਵੱਡਾ ਕੰਮ ਹੈ। ਉਹਦੇ 'ਚ ਤਾਂ ਏਡਾ ਵੱਡਾ ਖਲਾ ਆਇਆ ਪਿਆ। ਗੱਲ ਇਹ ਆ, ਜੇ ਕੋਈ ਪ੍ਰੈਕਟਿਸ ਗਲਤ ਚੱਲ ਰਹੀ ਹੈ ਕਈ ਸਾਲਾਂ ਤੋਂ, ਤੇ ਜੇ ਉਹ ਗਲਤ ਚੱਲ ਰਹੀ ਹੈ ਤੇ ਹੁਣ ਵੀ ਉਹਨੂੰ ਜਸਟੀਫਾਈ ਇਸ ਕਰਕੇ ਕਰੀ ਜਾਈਏ ਕਿ ਪਿਛਲੇ ਸਾਲਾਂ 'ਚ ਹੋ ਰਿਹਾ, ਮੈਨੂੰ ਲੱਗਦਾ ਉਹਨੂੰ ਸੁਧਾਰਨਾ ਚਾਹੀਦਾ ਹੈ। ਔਰ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਹੈ, ਮੈਂ ਨਿੱਜੀ ਤੌਰ ਤੇ ਐਜ ਏ ਕਮੇਟੀ ਪ੍ਰਧਾਨ ਮੈਂ ਆਪ ਰਿਸਪੈਕਟ ਕਰਦਾ ਹਾਂ। ਮੈਂ ਉਹਨਾਂ ਦਾ ਵੋਟਰ ਹੀ ਹਾਂ। ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਸ਼੍ਰੋਮਣੀ ਅਕਾਲੀ ਦਲ ਨਾਲ ਸਾਡਾ ਰਾਜਨੀਤਿਕ ਮਤਭੇਦ ਹੈ, ਲੇਕਿਨ ਧਾਮੀ ਸਾਹਿਬ ਐਜ ਏ ਪ੍ਰੈਜ਼ੀਡੈਂਟ ਮੈਂ ਨਿੱਜੀ ਤੌਰ ਤੇ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਹੈ ਔਰ ਪਸੰਦ ਕਰਦਾ ਉਹਨਾਂ ਦੀ ਵਰਕਿੰਗ। ਲੇਕਿਨ ਜੇ ਇਸ ਤਰੀਕੇ ਨਾਲ ਰਾਜਨੀਤਿਕ ਲਾਹਾ ਲੈਣਗੀਆਂ ਧਾਰਮਿਕ ਜਥੇਬੰਦੀਆਂ ਤੋਂ ਪੋਲੀਟੀਕਲ ਪਾਰਟੀਆਂ, ਤੇ ਫਿਰ ਸੰਸਥਾ ਦੀ ਕ੍ਰੈਡੀਬਿਲਿਟੀ 'ਚ ਵੀ ਗਿਰਾਵਟ ਆਉਂਦੀ ਹੈ, ਲੋਕਾਂ ਦੀ ਭਰੋਸੇਯੋਗਤਾ 'ਚ ਵੀ ਕਮੀ ਆਉਂਦੀ ਹੈ। ਦੂਜੀ ਗੱਲ ਜਿਹੜੀ ਇਹਨਾਂ ਨੇ ਕਹੀ ਚੀਫ ਖਾਲਸਾ ਦੀਵਾਨ ਨੂੰ, ਦੇਖੋ ਇਸ ਤਰੀਕੇ ਨਾਲ ਤੇ ਹਜ਼ਾਰਾਂ ਸੰਸਥਾਵਾਂ ਸਿੱਖਾਂ ਦੀਆਂ ਜਾਂ ਧਾਰਮਿਕ ਕੰਮ ਕਰਦੀਆਂ। ਮੈਂ ਆਪਣਾ ਐਗਜ਼ਾਮਪਲ ਦੇ ਦਿੰਦਾ। ਮੈਂ ਇੱਕ ਗੁਰੂ ਹਰਗੋਬਿੰਦ ਸਾਹਿਬ ਸਿੱਖਿਆ ਸਮਿਤੀ ਆ, ਉਹਦੇ ਇੱਕ ਸਕੂਲ ਨਾਲ ਜੁੜਿਆ। ਐ ਤਾਂ ਬਹੁਤ ਸਾਰੀਆਂ ਸੰਸਥਾਵਾਂ ਆ। ਨਿੱਜਰ ਸਾਹਿਬ ਬਤੌਰ MLA ਆਮ ਆਦਮੀ ਪਾਰਟੀ ਤੋਂ ਜਿੱਤ ਕੇ ਆਏ ਆ ਔਰ ਲੋਕਾਂ ਨੇ ਉਹਨਾਂ ਨੂੰ ਪੋਲੀਟੀਕਲ ਨੁਮਾਇੰਦਾ ਆਪਣਾ ਚੁਣਿਆ ਹੈ। ਇਸ ਕਰਕੇ ਉਹ ਪੋਲੀਟੀਕਲ ਪਰਸਨ ਹੈ। ਐਸਜੀਪੀਸੀ ਮੈਂ ਫੇਰ ਰਿਪੀਟ ਕਰ ਰਿਹਾ, ਜੇ ਐਸਜੀਪੀਸੀ ਤੋਂ ਪੋਲੀਟੀਕਲ ਐਕਟੀਵਿਟੀਜ਼ ਕਰਾਉਣੀ ਹੁੰਦੀ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਆਲਰੇਡੀ ਐਗਜ਼ਿਸਟ ਕਰ ਰਿਹਾ ਸੀ। ਐਸਜੀਪੀਸੀ ਦੀ ਜ਼ਰੂਰਤ ਨਹੀਂ ਸੀ। ਮੈਨੂੰ ਲੱਗਦਾ ਹੈ ਵੀ ਹੁਣ ਇਹਨੂੰ ਸੁਧਾਰਨ ਦੀ ਲੋੜ ਹੈ ਔਰ ਸਾਡੀਆਂ ਸੰਸਥਾਵਾਂ ਦੀ ਕ੍ਰੈਡੀਬਿਲਿਟੀ ਬਹਾਲ ਕਰਨ ਦੀ ਲੋੜ ਹੈ। ਔਰ ਦੂਜੀ ਜਿਹੜੀ ਗੱਲ ਇਹਨਾਂ ਨੇ ਕਹੀ ਬੇਅਦਬੀ ਔਰ ਗੋਲੀकांड, ਮੈਂ ਪਹਿਲਾਂ ਵੀ ਕਿਹਾ, ਮੈਂ ਉਹ ਕਿਹਾ ਲਾਸਟ ਗੌਰਵ ਜੀ ਮੈਂ ਪਹਿਲਾਂ ਹੀ ਕਿਹਾ ਇਹ ਕੇਸ ਖਤਮ ਨਹੀਂ ਹੋਇਆ ਜੇ। ਮੈਂ ਤੁਹਾਡੇ ਕੋਲ ਵਾਪਸ ਇੱਕ ਵਾਰੀ ਉਹ ਬੇਅਦਬੀ ਤੇ ਗੋਲੀकांड ਵਾਲੇ ਮਾਮਲੇ ਤੇ ਬੋਲ ਰਹੇ ਨੇ। ਹਾਂ ਮੈਂ ਜਵਾਬ ਦੇ ਰਿਹਾ, ਲਾਸਟ ਹੀ ਆ, ਗੱਲ ਤਾਂ ਸੁਣ, ਲਾਸਟ ਹੈ। ਮੈਂ ਕਿਹਾ ਜਿਹੜੇ ਬੇਅਦਬੀ ਉਹਦੇ ਉੱਪਰ ਹੀ ਰਿਐਕਟ ਕਰ ਰਹੇ ਨੇ। ਮੈਂ ਕਿਹਾ ਜਿਹੜੇ ਕੇਸ ਸੀਗੇ ਬੇਅਦਬੀ ਦੇ ਗੋਲੀकांड ਦੇ, ਉਹ ਹਜੇ ਕਨਕਲੂਡ ਨਹੀਂ ਹੋਏ, ਅੰਡਰ ਟ੍ਰਾਇਲ। ਔਰ ਦੋਸ਼ ਸ਼੍ਰੋਮਣੀ ਅਕਾਲੀ ਦਲ ਦੀ 2015 ਸਰਕਾਰ ਸੀ ਔਰ ਤੇ ਲੱਗਦੇ ਆ। ਤੁਹਾਨੂੰ ਵੀ ਪਤਾ ਹੈ ਜ਼ਮਾਨਤਾਂ ਵੀ ਇਹਨਾਂ ਦੇ ਲੀਡਰ ਸਾਹਿਬਾਨਾਂ ਨੇ ਲਈਆਂ। ਮੈਂ ਚਲੋ ਬਾਦਲ ਸਾਹਿਬ ਤੇ ਚਲੇ ਗਏ ਦੁਨੀਆ ਤੋਂ, ਮੈਂ ਉਹਨਾਂ ਦੇ ਸਤਿਕਾਰ 'ਚ ਕੋਈ ਗੱਲ ਨਹੀਂ ਕਰਨਾ ਚਾਹੁੰਦਾ, ਨਾ ਕਰਨੀ ਬਣਦੀ ਆ, ਲੇਕਿਨ ਇਹ ਸੱਚਾਈ ਆ ਵੀ ਉਹ ਕੇਸ ਹਜੇ ਖਤਮ ਨਹੀਂ ਹੋਏ ਔਰ ਆਮ ਆਦਮੀ ਪਾਰਟੀ ਅਕੋਰਡਿੰਗ ਟੂ ਰੂਲ ਆਫ ਲਾਅ ਉਹਨਾਂ ਦਾ ਜਸਟਿਸ ਕਰਨ ਲਈ ਕੰਮ ਕਰ ਰਹੀ ਹੈ। ਪੀਰ ਮੁਹੰਮਦ ਜੀ, ਇਹ ਦੇਖੋ ਕੰਗ ਸਾਹਿਬ, ਤੁਸੀਂ ਸਾਰੀ ਗੱਲ ਜਾਣਦੇ ਹੋਏ ਫਿਰ ਤੁਸੀਂ ਉਹਨੂੰ ਡਿਵਰਟ ਕਰ ਰਹੇ ਹੋ। ਮੈਂ ਤੁਹਾਨੂੰ ਇਹ ਪੁੱਛ ਰਿਹਾ, ਬੇਅਦਬੀ ਕਾਂਡ ਦੇ ਦੋਸ਼ੀ ਜਿਹੜੇ ਡੇਰਾ ਪ੍ਰੇਮੀ ਨੇ 3 ਔਰ ਉਹਨਾਂ ਦੇ ਉੱਪਰ ਬਕਾਇਦਾ ਪੁਲਿਸ ਨੇ ਉਹਨਾਂ ਨੂੰ ਪੀਓ ਡਿਕਲੇਅਰ ਕੀਤਾ ਹੋਇਆ ਹੈ। ਤੁਸੀਂ ਦੱਸੋ ਉਹਨਾਂ ਦੇ ਉੱਤੇ ਅੱਜ ਤੱਕ ਕੀ ਕਾਰਵਾਈ ਕੀਤੀ? ਦੂਜਾ ਅਦਿੱਤਿਆ ਇੰਸਾ ਜਿਹੜੇ ਉਹਨਾਂ ਦਾ ਮੁੱਖ ਬੁਲਾਰਾ ਸੀ, ਉਹਨਾਂ ਦੇ ਚੀਫ ਸਪੋਕਸਪਰਸਨ ਸੀ ਡੇਰਾ ਸਿਰਸਾ ਦੇ,
ਉਹ ਉਹਨਾਂ ਦਾ ਅੱਜ ਤੱਕ ਤੁਸੀਂ ਉਹ ਕਿੱਥੇ ਨੇ? ਉਹ ਧਰਤੀ 'ਚ ਚਲੇ ਗਏ ਜਾਂ ਅਸਮਾਨ ਦੇ ਵਿੱਚ ਚਲੇ ਗਏ, ਕਿੱਥੇ ਚਲੇ ਗਏ ਨੇ?